जी आਇਆਂ ਨੂੰ ਪਿਆਰੇ ਵਿਦਿਆਰਥੀਓ 11th ਕਲਾਸ ਦੀ ਇੰਗਲਿਸ਼ ਦੀ ਬੁੱਕ ਅ ਪੈਨੋਰਮਾ ਆਫ ਲਾਈਫ ਉਸਦੇ ਸੈਕਸ਼ਨ A ਦਾ ਲੈਸਨ ਨੰਬਰ 8 ਵਾਟਰ ਅ ਟਰੂ ਐਲਿਕਜ਼ਰ ਉਸਦੀ ਜੋ ਗ੍ਰਾਮਰ ਐਕਸਰਸਾਈਜ਼ਸ ਨੇ ਉਹਦੇ 3 ਪਾਰਟ ਨੇ ਉਹ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਆਨਸਰਸ ਨੂੰ ਨੋਟ ਡਾਊਨ ਕਰ ਲਓ। ਜਿਹੜੀ ਗੱਲ ਸਮਝਾਈ ਜਾਏਗੀ ਉਹਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਮਗਰੋਂ ਦੀ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਦੇਖੀਏ। ਸੋ ਪਹਿਲਾ ਹੈ fill in each blank with a suitable modal। modal ਹੁੰਦਾ will, shall, should, must। ਬਾਕੀ ਇਹਨਾਂ ਨੇ ਚੋਇਸਿਸ ਦਿੱਤੀਆਂ ਹੋਈਆਂ, ਦੋ ਚੋਇਸਿਸ ਦਿੱਤੀਆਂ ਬ੍ਰੈਕਟ ਵਿੱਚੋਂ, ਇਹਨਾਂ ਚੋਂ ਇੱਕ ਦੀ ਚੋਣ ਕਰਨੀ ਹੈ। ਠੀਕ ਹੈ, ਸੋ ਬੜਾ ਸਿੰਪਲ ਹੈਗਾ ਬੱਚਿਓ। ਹੈ ਜਿਹੜੀ 11th ਕਲਾਸ ਦੀ ਗ੍ਰਾਮਰ ਦੀ ਅਸੀਂ ਬੁੱਕ ਕੀਤੀ ਹੈ 11th ਐਂਡ 12th ਗ੍ਰਾਮਰ ਇੰਗਲਿਸ਼ ਗ੍ਰਾਮਰ ਕੰਪੋਜੀਸ਼ਨ, ਉਹਦੇ ਵਿੱਚ ਮੋਡਲਸ ਦਾ ਚੈਪਟਰ ਸਾਰਾ ਕਵਰ ਕਰ ਦਿੱਤਾ ਗਿਆ। ਤੁਸੀਂ ਉਹ ਵਾਲੀਆਂ ਐਕਸਰਸਾਈਜ਼ਸ 11th 12th ਗ੍ਰਾਮਰ ਦੀ ਪਲੇਲਿਸਟ ਤੇ ਜਾ ਕੇ ਜ਼ਰੂਰ ਦੇਖੋ, ਉਹਦੇ ਨਾਲ ਤੁਹਾਨੂੰ ਇਹ ਚੀਜ਼ਾਂ ਹੋਰ ਸੌਖੀਆਂ ਹੋ ਜਾਣਗੀਆਂ। ਸੋ ਇਹਦਾ ਹੈਗਾ ਦੀ ਟੀਚਰ ਸੈਡ ਦੈਟ ਹੀ ਵੁੱਡ ਬੀ ਪਨਿਸ਼ਡ ਫॉर ਹਿਜ਼ ਮਿਸਟੇਕ। ਕਿਉਂਕਿ ਇੱਥੇ ਸੈਡ ਹੈਗਾ ਪਾਸਟ ਟੈਂਸ, ਸੋ ਇਸ ਕਰਕੇ ਵਿਲ ਨਹੀਂ ਆਏਗਾ ਵੁੱਡ ਆਏਗਾ, ਕਿਉਂਕਿ ਇੱਥੇ ਪਾਸਟ ਟੈਂਸ ਹੈ ਸੋ ਵਿਲ ਦਾ ਬਣ ਜਾਏਗਾ ਵੁੱਡ। ਦੀ ਟੀਚਰ ਸੈਡ ਦੈਟ ਹੀ ਵੁੱਡ ਬੀ ਪਨਿਸ਼ਡ ਫॉर ਹਿਜ਼ ਮਿਸਟੇਕ। ਯੂ ਮਸਟ ਇੰਪੋਜ਼, ਇੰਪੋਜ਼ ਹੁੰਦਾ ਹੈ ਥਾਪਣਾ, ਡਿਸਿਪਲਿਨ ਅਨੁਸ਼ਾਸਨ ਔਨ ਯੂਅਰ ਸੈਲਫ ਫਸਟ, ਅਰਥਾਤ ਸਭ ਤੋਂ ਪਹਿਲਾਂ ਅਨੁਸ਼ਾਸਨ ਨੂੰ ਤੈਨੂੰ ਆਪਣੇ ਆਪ ਤੇ ਲਾਗੂ ਕਰਨਾ ਚਾਹੀਦਾ ਹੈ। ਸੋ ਇੱਥੇ ਮਸਟ ਆਏਗਾ, ਮਤਲਬ ਕਿ ਇੱਕ ਹੈ ਲਾਜ਼ਮੀ ਗੱਲ ਹੈਗੀ ਹੈ, ਇੱਕ ਹੈ ਕੰਪਲਸ਼ਨ ਹੈਗੀ ਹੈ। ਸੋ ਇੱਥੇ ਮਸਟ ਆਏਗਾ, ਕੈਨ ਨਹੀਂ ਆਏਗਾ, ਸਮਰੱਥਾ ਦੀ ਗੱਲ ਨਹੀਂ ਹੈਗੀ, ਚੋਣ ਨਹੀਂ ਹੈਗੀ, ਕਰਨਾ ਚਾਹੀਦਾ। ਸਮ ਆਫ ਅਸ ਆਰ ਵਰਿੰਗ ਅਬਾਊਟ ਵੈਦਰ ਦੀ ਸਟਾਕ ਮਾਰਕੀਟ ਵਿਲ ਕ੍ਰੈਸ਼। ਇੱਥੇ ਵਿਲ ਆਏਗਾ, ਇਹ ਪ੍ਰੈਜ਼ੈਂਟ ਟੈਂਸ ਹੈਗਾ, ਦੇਖੋ ਆਰ ਵਰਿੰਗ, ਅਰਥਾਤ ਇਹ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈਗਾ, ਸੋ ਇੱਥੇ ਵਿਲ ਕ੍ਰੈਸ਼। ਯੂ ਮਸਟ ਬੀ ਕੇਅਰਫੁਲ ਵਾਈਲ ਡਰਾਈਵਿੰਗ, ਕੰਪਲਸ਼ਨ ਦੀ ਗੱਲ ਹੈਗੀ ਹੈ, ਚੁਕੰਨੇ ਹੋਣ ਦੀ ਗੱਲ ਹੈਗੀ ਹੈ, ਇਹ 'ਚ ਕੋਈ ਚੋਣ ਨਹੀਂ ਹੈਗੀ, ਕੋਈ ਚੋਇਸ ਨਹੀਂ ਹੈਗੀ। ਯੂ ਮਸਟ ਬੀ ਕੇਅਰਫੁਲ ਵਾਈਲ ਡਰਾਈਵਿੰਗ, ਤੁਹਾਨੂੰ ਡਰਾਈਵਿੰਗ ਕਰਨ ਵੇਲੇ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਵੀ ਮਸਟ ਪ੍ਰੀਜ਼ਰਵ ਅਵਰ ਫੋਰੈਸਟ, ਇਹ ਵੀ ਡਿਊਟੀ ਦੀ ਗੱਲ ਹੈਗੀ ਹੈ, ਕੰਪਲਸ਼ਨ ਦੀ ਗੱਲ ਹੈਗੀ। ਪ੍ਰੀਜ਼ਰਵ ਨੇ ਸਾਂਭ ਸੰਭਾਲ ਕਰਨੀ, ਫੋਰੈਸਟ ਨੇ ਜੰਗਲ, ਸਾਨੂੰ ਆਪਣੇ ਜੰਗਲਾਤ ਜਿਹੜੇ ਇਲਾਕੇ ਨੇ ਉਹਨਾਂ ਦੀ ਸਾਂਭ ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ। ਸੋ ਮਸਟ ਆਏਗਾ, ਮਸਟ ਆਏਗਾ। ਨੀਡ ਤੇ ਬਿਲਕੁਲ ਨਹੀਂ ਆਏਗਾ, ਕਿਉਂਕਿ ਨੀਡ ਤੋਂ ਬਾਅਦ ਫਿਰ ਟੂ ਆਉਂਦਾ ਹੈ। ਠੀਕ ਹੈ, ਜਾਂ ਨੀਡ ਜ਼ਿਆਦਾਤਰ, ਮਾਫ ਕਰਨਾ, ਨੀਡ ਜ਼ਿਆਦਾਤਰ ਕੁਐਸਚਨ ਵਿੱਚ ਵਰਤਿਆ ਜਾਂਦਾ, ਇੰਟੈਰੋਗੇਟਿਵ ਵਿੱਚ, ਤੇ ਜਾਂ ਨੈਗੇਟਿਵ ਸੈਂਟੈਂਸਿਸ ਵਿੱਚ ਵਰਤਿਆ ਜਾਂਦਾ ਹੈ। ਇੱਥੇ ਨੈਗੇਟਿਵ ਸੈਂਟੈਂਸ ਨਹੀਂ ਹੈਗਾ, ਸੋ ਇੱਥੇ ਮਸਟ ਬੜਾ obvious ਹੈਗਾ, ਸਪਸ਼ਟ ਹੈਗਾ, ਇੱਥੇ ਮਸਟ ਆਏਗਾ ਦੋਨੋਂ 'ਚ। ਠੀਕ ਹੈ, ਅੱਗੇ ਚਲੀਏ। ਫਿਰ ਆ ਗਿਆ ਚੇਂਜ ਦੀ ਫਾਰਮ ਆਫ ਨਰੇਸ਼ਨ, ਜਿਹਨੂੰ ਅਸੀਂ ਕਹਿੰਦੇ ਹਾਂ ਡਾਇਰੈਕਟ ਟੂ ਇਨਡਾਇਰੈਕਟ ਸਪੀਚ। ਠੀਕ ਹੈ, ਸੋ ਇਹ ਦਿੱਤਾ ਹੋਇਆ ਤੇ ਜਿਹੜਾ ਮੈਂ ਬੋਲਡ ਵਿੱਚ ਪਾ ਦਿੱਤਾ ਆਨਸਰ। ਸੋ ਬਾਬ ਸ਼ਾਊਟਡ ਮੈਲਕਮ ਹੋਲਡ ਔਨ ਆਈ ਐਮ ਗੋਇੰਗ ਫॉर ਹੈਲਪ। ਫਿਰ ਮੈਲਕਮ ਫੜੀ ਰੱਖੀ, ਆਈ ਐਮ ਗੋਇੰਗ ਫॉर ਹੈਲਪ, ਮੈਂ ਮਦਦ ਲਈ ਜਾ ਰਹੀ ਹਾਂ। ਸੋ ਇਹਨੂੰ ਦੋ ਤਰੀਕੇ ਨਾਲ ਲਿਖ ਸਕਦੇ ਹਾਂ ਆਪਾਂ। ਬਾਬ ਅਰਜਡ ਮੈਲਕਮ ਟੂ ਹੋਲਡ ਔਨ ਵਾਈਲ ਸ਼ੀ ਵੈਂਟ ਫॉर ਹੈਲਪ, ਇੱਕ ਤੇ ਇੱਦਾਂ ਕਹਿ ਸਕਦੇ ਹਾਂ, ਤੇ ਦੂਜਾ ਬਾਬ ਸ਼ਾਊਟਡ ਦੈਟ she was going for help and asked Malcolm to hold on। ਸੋ ਇਸ ਡਾਇਰੈਕਟ ਸਪੀਚ ਨੂੰ ਇਨਡਾਇਰੈਕਟ ਵਿੱਚ ਅਸੀਂ ਇਸ ਤਰ੍ਹਾਂ ਦੋ ਤਰੀਕਿਆਂ ਦੇ ਨਾਲ ਕਰ ਸਕਦੇ ਹਾਂ। ਤੁਸੀਂ ਇਹ ਬਾਰ-ਬਾਰ ਲਿਖ ਕੇ ਇਹਨਾਂ ਚੀਜ਼ਾਂ ਦਾ ਅਭਿਆਸ ਕਰਨਾ ਹੈ। ਠੀਕ ਹੈ, ਫਿਰ I said what a mean act, ਹੁਣ ਇੱਥੇ ਐਕਸਕਲੇਮੇਸ਼ਨ ਹੈਗਾ। ਸੋ ਇਨਡਾਇਰੈਕਟ ਸਪੀਚ ਦੇ ਵਿੱਚ ਤੇ ਐਕਸਕਲੇਮੇਸ਼ਨ ਮਾਰਕ, ਕੁਐਸਚਨ ਮਾਰਕ ਨਹੀਂ ਵਰਤਿਆ ਜਾਂਦਾ, ਹਟਾਇਆ ਜਾਂਦਾ ਹੈ। ਸੋ ਕਿਉਂਕਿ ਐਕਸਕਲੇਮੇਸ਼ਨ ਮਾਰਕ ਹੈ, ਇਹ ਬਣੇਗਾ I exclaimed that it was a very mean act, ਅਰਥਾਤ ਮੈਂ ਇੱਕਦਮ ਮਤਲਬ ਕਿ ਮੈਂ ਇੱਦਾਂ ਹੈਰਾਨੀ ਪ੍ਰਗਟ ਕੀਤੀ ਕਿ ਇਹ ਬੜਾ ਘਟੀਆ ਹਰਕਤ ਸੀ। ਫਿਰ ਆ ਗਿਆ most of you will be leaving school within 6 months said the teacher to his pupils। pupils ਹੁੰਦਾ ਸਟੂਡੈਂਟਸ, ਚੇਲੇ, ਵਿਦਿਆਰਥੀ, ਅਰਥਾਤ ਟੀਚਰ ਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ most of you will be leaving school within 6 months, ਅਰਥਾਤ ਤੁਹਾਡੇ ਵਿੱਚੋਂ ਬਹੁਤੇ ਜਿਹੜੇ ਨੇ 6 ਮਹੀਨੇ ਦੇ ਅੰਦਰ ਅੰਦਰ ਸਕੂਲ ਤੋਂ ਚਲੇ ਜਾਣਗੇ। ਸੋ ਇਹਦਾ ਆਏਗਾ ਦੀ ਟੀਚਰ ਟੋਲਡ ਹਿਸ ਪੀਪਲਸ ਦੈਟ ਮੋਸਟ ਆਫ them would, ਇਹ ਜਿਹੜਾ ਵਿਲ ਦਾ ਬਣ ਜਾਏਗਾ would be leaving school within 6 months। ਫਿਰ ਅਗਲਾ ਆ ਗਿਆ I asked my guest, ਮੈਂ ਆਪਣੇ ਪ੍ਰਾਹੁਣੇ ਨੂੰ, ਮਹਿਮਾਨ ਨੂੰ ਪੁੱਛਿਆ did you have a bad night, ਕਿ ਤੁਹਾਡੀ ਰਾਤ ਮਾੜੀ ਰਹੀ। ਸੋ ਇਹਦਾ ਇੱਦਾਂ ਬਣੇਗਾ I asked my guest if he had had a bad night। ਠੀਕ ਹੈ,
फिर अगला आ जाएगा शी सैड, इतने बच्चों हैड आएगा क्योंकि डिड यू हैव अ बैड नाइट, ठीक है। सो एक तो हैव दा हैड बन जाएगा, तो जे ਅਸੀਂ ਕਹਿੰਦੇ ਆ ਆਈ ਆਸ ਮੀ ਗੈਸ ਇਫ ਹੀ हैड अ बैड नाइट, ਤੇ ਉਹ ਟੈਂਸ ਫਾਰਮੈਟ ਵਧੀਆ ਨਹੀਂ ਬਣਦਾ ਪੂਰਾ, ਸੋ ਇਹਦਾ ਬਣ ਜਾਏਗਾ ਇਫ ਹੀ हैड अ बैड नाइट। सो अगला है शी सैड आई सोल्ड माई कार माई सेल्फ, तो ਇਹਦਾ ਬਣ ਜਾਏਗਾ शी सैड दैट शी हैड, क्योंकि पास्ट टेंस हैगा सो हैड सोल्ड बन जाएगा शी हैड सोल्ड हर कार, माई सेल्फ का बन जाएगा हर सेल्फ, ठीक है। आगे चलिए, ਹੁਣ आ गया पार्ट 3, यूज ईच ऑफ द फॉलोइंग वर्ड्स एज अ नाउन एंड अ वर्ब। ਹੁਣ ਬੱਚੇ ਇਹ ਸ਼ਬਦ ਦਿੱਤੇ ਨੇ ਤੇ ਹਰ ਇੱਕ ਸ਼ਬਦ ਨੂੰ ਬਤੌਰ ਨਾਉਨ ਵੀ ਵਰਤਣਾ ਹੈ ਤੇ ਬਤੌਰ ਵਰਬ ਵੀ ਵਰਤਣਾ ਹੈ। ਬੜਾ ਹੀ ਇੰਟਰਸਟਿੰਗ ਚੀਜ਼ ਹੈਗੀ ਹੈ। ਇਹ ਸਾਰੇ ਤੁਸੀਂ ਸੈਂਟੈਂਸ ਨੋਟ ਕਰ ਲਓ, ਕੰਠ ਕਰ ਲਓ, ਯਾਦ ਕਰ ਲਓ, ਤੇ ਇਹਨਾਂ ਤੋਂ ਸੇਧ ਲੈ ਕੇ ਤੁਸੀਂ ਆਪਣੇ ਤੌਰ ਤੇ ਵੀ ਕੋਈ ਨਵੇਂ ਸੈਂਟੈਂਸ ਬਣਾਉਣ ਦਾ ਯਤਨ ਕਰੋ। ਤੁਸੀਂ ਉਹਨਾਂ ਨੂੰ ਕਮੈਂਟ ਸੈਕਸ਼ਨ ਵਿੱਚ ਪਾ ਸਕਦੇ ਹੋ ਤੇ ਮੇਰੇ ਕੋਲ ਪੁੱਛ ਸਕਦੇ ਹੋ। ਉਹਦੀ ਜੋ ਸਿੰਟੈਕਸ ਹੈਗਾ, ਫਾਰਮੈਟ ਹੈ, ਗ੍ਰਾਮਰ ਹੈ, ਉਹ ਮੈਂ ਚੈੱਕ ਕਰਕੇ ਤੁਹਾਨੂੰ ਦੱਸ ਦੇਵਾਂਗਾ, ਠੀਕ ਹੈ। ਸੋ ਪਹਿਲਾ ਸ਼ਬਦ ਹੈ ਟ੍ਰੈਜਰ, ਜਿਹੜਾ ਬੱਚਿਓ ਕਿਉਂਕਿ ਨਾउन ਪਹਿਲੇ ਹੈਗਾ, ਦੇਖੋ ਨਾउन ਫਿਰ ਵਰਬ, ਸੋ ਪਹਿਲਾ ਸੈਂਟੈਂਸ ਵਿੱਚ ਨਾउन ਹੈ ਤੇ ਦੂਜੇ ਸੈਂਟੈਂਸ ਦੇ ਵਿੱਚ ਵਰਬ ਹੈਗੀ ਹੈ। ਟ੍ਰੈਜਰ ਮੈਨੇ ਖਜ਼ਾਨਾ ਨਾउन ਦੇ ਤੌਰ ਤੇ, ਤੇ ਟ੍ਰੈਜਰ ਮੈਨੇ ਹੁੰਦਾ ਹੈ ਵੀ ਚੈਰਿਸ਼ ਕਰਨਾ, ਖਜ਼ਾਨੇ ਦੇ ਤੌਰ ਤੇ ਸਾਂਭ ਸੰਭਾਲ ਕੇ ਰੱਖਣਾ ਕਿਸੇ ਚੀਜ਼ ਨੂੰ, ਉਸਨੂੰ ਅਸੀਂ ਵਰਬ ਦੇ ਤੌਰ ਤੇ ਫਿਰ ਕਹਿੰਦੇ ਹਾਂ। ਜਿੱਦਾਂ ਪਹਿਲਾ ਹੈਗਾ ਗੁਰਬਾਣੀ ਇਜ਼ ਅ ਟ੍ਰੈਜਰ ਆਫ ਡਿਵਾਈਨ ਵਰਚੂਜ਼, ਵਰਚੂਜ਼ ਹੁੰਦੇ ਨੇ ਗੁਣ, ਡਿਵਾਈਨ ਮੈਨੇ ਰੱਬੀ, अर्थात गुरबाणी रब्बी गुणा दा खजाना है, ठीक है। सो ट्रेजर नाउन हो गया। फिर अगर ही ट्रेजर्स हिज बुक्स विद केयर एंड डिवोशन, अर्थात वो अपनी किताबां नूं बड़े ध्यान दे नाल अते बड़ी मतलब कि शिद्दत दे नाल उन्हां नूं साਂਭ के रखदा है। ट्रेजर्स दा मतलब जिवें खजाना कोई कीमती चीज़ साਂਭ के रखी दी है उदां रखदा है। हुण इत्थे ट्रेजर्स जिहड़ा हैगा ਇਹ हैगा वर्ब, इत्थे ट्रेजर हैगा नाउन। अगला आ गया ऑर्डर, राइट दी गिवन नंबर्स इन असेंडिंग ऑर्डर। ऐसी बच्चों अपने गणित विच पढ़िया, मैथमैटिक्स विच पढ़िया, वधदा क्रम ते घटदा क्रम, अर्थात असेंडिंग ऑर्डर का मतलब है खब्बे तो सज्जे, सब तो पहले छोटी संख्या, फिर उस तो वड्डी, फिर उस तो वड्डी, फिर उस तो वड्डी, उन्होंने असीं कहने असेंडिंग ऑर्डर। अर्थात राइट दी गिवन नंबर्स इन असेंडिंग ऑर्डर। हुण असेंडिंग इत्थे एडजैक्टिव हैगा, ऑर्डर नाउन हैगा, अर्थात दिते हुए संख्यावां नूं वधदे क्रम विच लिखो, इत्थे क्रम ऑर्डर नाउन है। फिर आ गया टू वार्म हिमसैल्फ अप, अर्थात अपने आप को गरमैश देने लई, अपने आप को निघा करने लई ही ऑर्डर्ड अ कप ऑफ टी, हुण इत्थे उन्हें एक कप चाह का ऑर्डर दिता। हुण ऑर्डर्ड इत्थे वर्ब है ते इत्थे ऑर्डर नाउन है। फिर आ गया अटैक, अटैक नाउन के तौर पर मतलब हमला, ते वर्ब के तौर पर आ जाएगा हमला करना, ठीक है। सो अवर सोल्जर्स रिपल्स्ड दी अटैक ब्रेवली, रिपल्स होंदा मोड़ना, हमले नूं ब्रेवली बहादुरी नाल, साडे फौजियां ने हमले नूं बहादुरी दे नाल ओहदा मूँह मोड़ दिता। रिपल्स्ड मैंने रोक दिता, मोड़ दिता। फिर बीजेपीज IT सैल, IT मैंने इनफॉर्मेशन टैक्नोलॉजी, बीजेपी का बड़ा तगड़ा IT सैल है जिहदे राहीं ओह झूठियां खबरां अपने लीडरां दे हक विच प्रचार करते हैं, तो जिहड़े अपने विरोधी ने उन्हां ते अटैक करते हैं। सो बीजेपी का IT सैल बड़ा तगड़ा है, इत्थे इन्होंने बड़े बंदे पैसे दे के तनख्वाह ते रखे हुए हैं जो इदा अफवाह फैलाते हैं। सो बीजेपीज IT सैल अटैक्ड दी प्रोटेस्टिंग फार्मर्स, अर्थात बीजेपी के IT सैल ने संघर्ष करते किसानों उत्ते हमले किए, बड़े हमले किए सी। उन्होंने कहा कि अतवादी ने, मवाली ने, बदमाश ने, पैरासाइट ने, मतलब कि चीन के चक्के हुए ने, पाकिस्तान के एजेंट ने, होर बड़िया सारिया तुमतां उन्होंने लाइया सीगियां उन्होंने बदनाम करने लई। फिर आ गया वाटर, वाटर मैंने पानी नाउन के तौर पर, ते पानी देना या पानी पिलाना या किसी चीज़ नूं पानी सप्लाई करनी उन्होंने कहते हैं वर्ब। सो वी शुड ड्रिंक वार्म वाटर इन विंटर्स, वार्म मैंने निघा, कोसा, वाटर मैंने पानी, सो कोसा पानी, सानू सियाला नूं कोसा पानी पीना चाहिदा है, ठीक है। फिर आ गया आफ्टर डूइंग इज होमवर्क, अर्थात अपने घर का काम करन दे मगरों ही फैड, फैड मैंने भोजन खिलाना, एंड वाटर्ड पानी दिता, दी कैटल, कैटल मैंने पशु डंगर, अर्थात अपना घर का काम करन मगरों उन्हें पशुओं नूं पट्ठे अते पानी पाया, ठीक है। वाटर्ड है वर्ब इत्थे। फिर आ गया टेबल, ठीक है। टेबल का मतलब होंदा बच्चे कि मेज,
नाउन के तौर पर। एक टेबल होंदा है भी टेबल ते रखना अर्थात प्रस्ताव रखना। दे सैट एट दी डाइनिंग टेबल एंड ईट क्वाइटली अर्थात वो खाना खान दे टेबल ते बैठे अते चुपचाप प्रशादा छकिया। ठीक है, टेबल जिहड़ा है नाउन आ गया। फिर दी MP, MP का मतलब मैंबर ऑफ पार्लीमेंट। दी MP टेबल्ड अ मोशन, इतने मोशन का मतलब प्रपोजल फॉर डिबेट, डिबेट मैंने चर्चा वास्ते इन दी हाउस, हाउस मैंने पार्लीमेंट। अर्थात MP ने अपना विचार चर्चा के लिए बहस के लिए हाउस दे विच पार्लीमेंट दे विच एक प्रस्ताव रखिया। टेबल्ड अ मोशन मैंने एक प्रस्ताव रखिया। सो टेबल्ड, इतने टेबल का मतलब इतने टेबल वर्ब हैगी है। फिर आ गया बच्चों इनकाउंटर। इनकाउंटर का एक तो मतलब होंदा है अख मटक्का या वाह पैण की जिहड़ी है घटना। ठीक है, तो एक वर्ब के तौर पर हो गया टाकरा होना या किसी चीज़ के नाल आमो सामने होना। ठीक है, सो यदा हो जाएगा देयर वॉज अ ब्रीफ, ब्रीफ मैंने छोटा जा संखेप, इनकाउंटर मैंने झड़प आमा सामना बिटवीन दी पुलिस, पुलिस विच एंड दी प्रोटेस्टर्स अर्थात पुलिस दे विच अते जड़े बंदे प्रोटेस्ट कर रहे सीगे उन्हां दे विच छोटी जी झड़प हुई, अ ब्रीफ इनकाउंटर। ठीक है, फिर अगला है दो वी इनकाउंटर्ड डिफिकल्टीज अर्थात मतलब हो गया हालांकि, दो मैंने बेशक भावें, हालांकि दो वी इनकाउंटर्ड डिफिकल्टीज हालांकि सानू मुश्किलों का टाकरा करना पिया, इनकाउंटर्ड टाकरा करना पिया। बट वी मूवड ऑन पर असी अगे वधदे रहे, पर असी अर्थात ढैंदी कला च नहीं गए, असी हिम्मत नहीं हारी, असी दिल नहीं हारिया, हौसला नहीं छड्डिया, अगे वध रहे। दो वी इनकाउंटर्ड डिफिकल्टीज बट वी मूवड ऑन, असी अगे इतने बट बच्चे हटा भी सकते हो, मैं बट वैसे मैनू एडिशनल लग रहा, अगर असी बट नहीं भी लिखांगे तो भी चल जाएगा। ठीक है, हालांकि सानू मुश्किलों का सामना करना पिया, असी अगे वधदे रहे। सो बट बेशक तुसी हटा भी सकते हो, इतने मैं बट लिख दिता है वैसे। सो बट इतने ऑप्शनल है। ठीक है, सो ऐसी प्यारे विद्यार्थियों तुहाडी ग्रामर एक्सरसाइजिज ते तुसी इसी तरह नेम दे नाल अनुशासन नाल अपनी पढ़ाई करी चलो। ते अगले वीडियो तक लिए गुड बाय। तुहाडा सारिआं दा बहुत बहुत धन्नवाद। रब राखा। थैंक यू वेरी मच।